ਹੈਲੋ ਸਟੂਡੈਂਟਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਸੋ ਇਸ ਵੀਡੀਓ ਦੇ ਵਿੱਚ ਬੱਚੇ ਅਸੀਂ ਰਿਵੀਜ਼ਨ ਟੈਸਟ ਨੰਬਰ 1 ਡਿਸਕਸ ਕਰਨ ਜਾ ਰਹੇ ਹਾਂ, ਜੋ ਕਿ ਕਲਾਸ 11th ਦਾ ਪੇਪਰ ਹੈ। ਬੱਚੇ ਅੱਜ ਦਾ ਹੀ ਪੇਪਰ ਹੈ 29 ਨਵੰਬਰ ਦਾ। ਸੋ ਕਾਫੀ ਬੱਚਿਆਂ ਦੇ ਮੈਸੇਜ ਆ ਰਹੇ ਆ ਕਿ ਮੈਮ ਇਹ ਇੰਪੋਰਟੈਂਟ ਰਿਵੀਜ਼ਨ ਟੈਸਟ ਆ ਜਾਂ ਕਰਨੇ ਚਾਹੀਦੇ ਕਿ ਨਹੀਂ ਕਰਨੇ ਚਾਹੀਦੇ। ਬੱਚੇ ਇਹ ਵਾਲੇ ਰਿਵੀਜ਼ਨ ਟੈਸਟ ਜਿਹੜੇ ਅਕਤੂਬਰ ਵਿੱਚ ਹੋ ਚੁੱਕੇ ਆ ਅਤੇ ਇਹ ਨਵੰਬਰ ਦੇ ਵਿੱਚ ਜੋ ਤੁਹਾਡੇ ਰਿਵੀਜ਼ਨ ਟੈਸਟ ਹੋ ਰਹੇ ਆ, ਇਹਨਾਂ ਨੂੰ ਬਹੁਤ ਜ਼ਿਆਦਾ ਚੰਗੇ ਤਰੀਕੇ ਨਾਲ ਲਰਨ ਕਰਕੇ ਜਾਓ, ਸਮਝ ਕੇ ਜਾਓ, ਕਿਉਂਕਿ ਇਹਨਾਂ ਦੇ ਵਿੱਚੋਂ 60 to 70% ਪੇਪਰ ਜਿਹੜਾ ਆ ਉਹ ਆ ਸਕਦਾ ਆ। ਸੋ ਜਿਹੜੇ ਬੱਚਿਆਂ ਨੇ ਹਾਲੇ ਤੱਕ ਕੁਛ ਵੀ ਨਹੀਂ ਕੀਤਾ, ਜਿਨ੍ਹਾਂ ਨੂੰ ਕਿਸੇ ਕਨਸੈਪਟ ਬਾਰੇ ਨਹੀਂ ਪਤਾ, ਉਹ ਬੱਚੇ ਤਾਂ ਖਾਸ ਕਰਕੇ ਪਿਛਲੇ 4 ਟੈਸਟ ਅਤੇ ਹੁਣ ਜਿਹੜੇ 3 ਟੈਸਟ ਹੋਣਗੇ, ਬਹੁਤ ਜ਼ਿਆਦਾ ਚੰਗੇ ਤਰੀਕੇ ਨਾਲ ਬੱਚੇ 7 ਕੁਐਸਚਨ ਪੇਪਰ ਕਰ ਜਾਣਾ। ਡੈਫੀਨੇਟਲੀ ਤੁਸੀਂ 100% ਸ਼ਿਓਰ ਆ ਕਿ ਪਾਸ ਤਾਂ ਪੱਕਾ ਹੀ ਹੋ ਜਾਓਗੇ। ਅਦਰਵਾਈਜ਼ ਬੱਚੇ 60-70% ਤਾਂ ਡੈਫੀਨੇਟਲੀ ਇਹਦੇ ਵਿੱਚੋਂ ਕਹਿ ਲਓ ਕੁਐਸਚਨਸ ਆ ਹੀ ਜਾਣਗੇ। ਸੋ ਚੱਲਦੇ ਹਾਂ ਬੱਚੇ ਕੁਐਸਚਨ ਨੰਬਰ ਫਸਟ ਤੇ। ਵਿਚ ਆਫ ਦਾ ਫੋਲੋਇੰਗ ਇਜ਼ 1 ਡਿਮੈਂਸ਼ਨਲ ਮੋਸ਼ਨ। ਇਹਨਾਂ ਦੇ ਵਿੱਚੋਂ 1 ਡਿਮੈਂਸ਼ਨਲ ਮੋਸ਼ਨ ਕਿਹੜਾ ਆ? ਲੈਂਡਿੰਗ ਆਫ ਐਨ ਐਰੋਪਲੇਨ, 에ਅਰਕ੍ਰਾਫਟ ਬੱਚੇ ਲੈਂਡ ਕਰ ਰਿਹਾ ਤਾਂ ਸਾਨੂੰ 2 ਡਿਮੈਂਸ਼ਨ ਚਾਹੀਦਾ ਆ, ਠੀਕ ਹੈ। 2 ਔਰ 3 ਡਿਮੈਂਸ਼ਨ ਹੋ ਸਕਦਾ, ਕਿਉਂਕਿ ਉੱਪਰ ਨੀਚੇ ਕਿਤੇ ਵੀ ਜਿਹੜਾ ਤੁਹਾਡਾ ਐਰੋਪਲੇਨ ਆ ਜਾ ਸਕਦਾ। ਜਿਹੜਾ ਅਰਥ ਰਿਵੋਲਵ ਕਰ ਰਿਹਾ ਅਰਾਊਂਡ ਅ ਸਨ, ਤਾਂ ਦਿਸ ਇਜ਼ ਅ 2 ਡਿਮੈਂਸ਼ਨ। ਮੋਸ਼ਨ ਆਫ ਅ ਵੀਲ ਆਫ ਅ ਮੂਵਿੰਗ ਟ੍ਰੇਨ, ਕੋਈ ਟ੍ਰੇਨ ਜਿਹੜੀ ਆ ਮੂਵ ਕਰ ਰਹੀ ਆ 2 ਵਹੀਕਲ। ਮੋਸ਼ਨ ਮਤਲਬ ਕਿ ਉਹ ਕਿਸੇ ਤਰੀਕੇ ਨਾਲ ਵੀ ਮੂਵ ਕਰ ਸਕਦੀ ਆ। ਜਾਂ ਫਿਰ ਟ੍ਰੇਨ ਰਨਿੰਗ ਔਨ ਅ ਸਟ੍ਰੇਟ ਟਰੈਕ। ਹੁਣ ਇੱਥੇ ਸਾਨੂੰ ਮੈਂਸ਼ਨ ਕੀਤਾ ਹੋਇਆ ਕਿ ਟਰੈਕ ਬਿਲਕੁਲ ਸਟ੍ਰੇਟ ਹੀ ਹੋਣਾ ਚਾਹੀਦਾ। ਸੋ ਆਪਸ਼ਨ ਨੰਬਰ ਡੀ ਇਜ਼ ਅ ਰਾਈਟ ਆਂਸਰ। ਸੈਕੰਡ ਕੁਐਸਚਨ ਤੇ ਚਲੋ। ਦ ਨੂਮੈਰੀਕਲ ਵੈਲਿਊ ਆਫ ਅ ਰੇਸ਼ੋ ਆਫ ਡਿਸਪਲੇਸਮੈਂਟ ਟੂ ਦ ਡਿਸਟੈਂਸ। ਹੁਣ ਦੇਖੋ ਬੱਚੇ, ਡਿਸਪਲੇਸਮੈਂਟ ਕੀ ਚੀਜ਼ ਆ? ਡਿਸਪਲੇਸਮੈਂਟ ਇਜ਼ ਦ ਸ਼ਾਰਟੈਸਟ ਡਿਸਟੈਂਸ। ਸ਼ਾਰਟੈਸਟ ਡਿਸਟੈਂਸ ਮਤਲਬ ਡਿਸਟੈਂਸ ਦਾ ਛੋਟਾ ਜਿਹਾ ਇੱਕ ਪਾਰਟ ਆ। ਇਹਦਾ ਮਤਲਬ ਜਾਂ ਤਾਂ ਇਹ ਇਕੁਅਲ ਹੋ ਸਕਦਾ ਜਾਂ ਉਤੋਂ ਘੱਟ ਹੋ ਸਕਦਾ, ਕਿਉਂਕਿ ਉਹਨਾਂ ਨੇ ਰੇਸ਼ੋ ਕਹੀ ਆ। ਰੇਸ਼ੋ ਮਤਲਬ ਉਤੋਂ ਘੱਟ ਹੋਏਗਾ ਤਾਂ 2/4 ਹੋ ਸਕਦਾ, ਮਤਲਬ 0 ਪੁਆਇੰਟ ਦੇ ਵਿੱਚ ਆਨਸਰ ਚਲ ਜਾਏਗਾ। ਜਾਂ ਤਾਂ ਇਕੁਅਲ ਹੋ ਸਕਦਾ ਜਾਂ ਫਿਰ ਲੈਸ ਦੈਨ ਹੋ ਸਕਦਾ। ਸੋ 4th ਆਪਸ਼ਨ ਇਜ਼ ਦਾ ਰਾਈਟ ਆਂਸਰ। Next are the area under velocity time graph for the particle in a given interval of time represents। ਬੱਚੇ ਹੁਣ velocity time graph ਆ, ਸਾਨੂੰ ਪਤਾ ਕਿ velocity ਕਿਹਦੇ ਇਕੁਅਲ ਹੁੰਦੀ ਆ? distance over time ਜਾਂ displacement over time। ਤਾਂ t ਉੱਧਰ ਚਲਾ ਗਿਆ। ਹੁਣ ਦੇਖੋ velocity time graph ਕਿਹੜੀ ਚੀਜ਼ ਨੂੰ ਕਵਰ ਕਰ ਰਿਹਾ ਆ? displacement ਨੂੰ। ਸੋ ਆਪਸ਼ਨ ਨੰਬਰ B is a right answer। ਨੈਕਸਟ ਆ ਜਾਓ। ਅ ਕਾਰ ਐਟ ਰੈਸਟ ਐਕਸਲਰੇਟ ਯੂਨੀਫਾਰਮਲੀ ਟੂ ਦ ਸਪੀਡ ਆਫ 40 ਮੀਟਰ ਪਰ ਸੈਕਿੰਡ। ਹੁਣ 40 ਮੀਟਰ ਪਰ ਸੈਕਿੰਡ ਦੇ ਨਾਲ ਕੋਈ ਵੈਲੋਸਿਟੀ ਜਿਹੜੀ ਆ ਚੱਲ ਰਹੀ ਆ। ਸੋ ਦਿਸ ਇਜ਼ V। 20 ਸੈਕਿੰਡ ਮਤਲਬ ਟਾਈਮ ਗਿਵਨ ਆ। ਹਾਊ ਮਚ ਡਿਸਟੈਂਸ ਕਵਰਡ ਬਾਏ ਦ ਕਾਰ ਨੇ ਕਿੰਨਾ ਡਿਸਟੈਂਸ ਕਵਰ ਕੀਤਾ? ਸੋ ਇਨੀਸ਼ੀਅਲ ਵੈਲੋਸਿਟੀ ਤੁਹਾਡੀ ਕਿੰਨੀ ਹੋ ਜਾਏਗੀ? 0। ਸੋ ਦੇਖੋ ਬੱਚੇ, ਜਿਹੜੀ ਜਿਹੜੀ ਟਰਮ ਸਾਨੂੰ ਗਿਵਨ ਆ, ਅਸੀਂ ਸਭ ਤੋਂ ਪਹਿਲਾਂ ਲਿਖ ਲਈ U, V ਐਂਡ T ਗਿਵਨ ਆ। ਸੋ ਅਸੀਂ ਫਾਰਮੂਲਾ ਲਗਾ ਰਹੇ ਹਾਂ V = U + AT। ਸੋ V ਸਾਨੂੰ ਗਿਵਨ ਆ, ਇਨੀਸ਼ੀਅਲ ਵੈਲੋਸਿਟੀ 0 ਗਿਵਨ ਆ, A ਅਸੀਂ ਪਤਾ ਕਰ ਲੈਣਾ। ਸੋ A ਆ ਗਿਆ 2 ਮੀਟਰ ਪਰ ਸੈਕਿੰਡ ਸਕੁਅਰ, ਕਿਉਂਕਿ ਉਹਨਾਂ ਨੇ ਡਿਸਟੈਂਸ ਪਤਾ ਕਰਨ ਲਈ ਕਿਹਾ। ਸੋ ਡਿਸਟੈਂਸ ਦਾ ਫਾਰਮੂਲਾ ਲਗਾਤਾ S = UT + ½ AT²। ਇਨੀਸ਼ੀਅਲ ਵੈਲੋਸਿਟੀ 0, A ਦੀ ਵੈਲਿਊ 2 ਔਰ T ਦੀ ਵੈਲਿਊ 20। ਸੋ ਸਭ ਨੂੰ ਸੋਲਵ ਕੀਤਾ ਤਾਂ ਸਾਡਾ ਕਿੰਨਾ ਆ ਗਿਆ? 400 ਮੀਟਰ। ਬੱਚੇ ਦੇਖ ਲਓ, ਇੱਥੇ ਵੀ ਮੀਟਰ ਹੈ ਔਰ ਇੱਥੇ ਸੈਕਿੰਡਸ ਆ, ਮਤਲਬ ਕਿ ਸਾਰਾ ਐਸੇ ਯੂਨਿਟਸ ਦੇ ਵਿੱਚ ਚੱਲ ਰਿਹਾ। ਤਾਂ 400 ਮੀਟਰ ਤੋਂ ਇਹਦੇ ਯੂਨਿਟਸ ਕੀ ਆਣਗੇ? ਮੀਟਰ। ਸੋ ਉਹਦੇ ਅਕੋਰਡਿੰਗਲੀ ਆਪਸ਼ਨ ਨੰਬਰ A ਇਜ਼ ਅ ਰਾਈਟ ਆਂਸਰ। ਸੋ ਧਿਆਨ ਦੇ ਲੈਣਾ ਬੱਚੇ, ਇੱਥੇ ਸੈਂਟੀਮੀਟਰ ਔਰ ਇੱਥੇ ਮੀਟਰ ਆ। ਸੋ ਕਨਫਿਊਜ਼ ਨਹੀਂ ਹੋਣਾ। ਨੈਕਸਟ ਆ ਜਾਓ। ਵੈਨ ਅ ਪ੍ਰੋਜੈਕਟਾਈਲ ਇਜ਼ ਫਾਇਰਡ ਵਿਦ ਅ ਵੈਲੋਸਿਟੀ U ਪੈਰਲਲ ਟੂ ਦ ਹੌਰੀਜ਼ੋਂਟਲ। ਪੈਰਲਲ ਟੂ ਦ ਹੌਰੀਜ਼ੋਂਟਲ ਮਤਲਬ ਜਦੋਂ ਕਿਸੇ ਪ੍ਰੋਜੈਕਟਾਈਲ ਨੂੰ ਫਾਇਰ ਕੀਤਾ ਗਿਆ, ਇਹਦਾ ਮਤਲਬ ਥੀਟਾ ਐਂਗਲ ਵਾਲੀ ਦੀ ਗੱਲ ਕਰ ਰਹੇ ਹਾਂ ਅਸੀਂ। ਸੋ ਇੱਥੇ ਬੱਚੇ ਨਾ ਤਾਂ ਇਹ 'ਚ ਥੀਟਾ, ਨਾ ਇਹ 'ਚ ਥੀਟਾ, ਨਾ ਇਹ 'ਚ ਥੀਟਾ। ਇਹਦਾ ਮਤਲਬ ਉੱਥੇ ਟਾਈਮ ਆਫ ਫਲਾਈਟ ਸਾਡਾ ਕਿੰਨਾ ਹੁੰਦਾ ਆ? T = 2U sin θ/G। ਸੋ ਆਪਸ਼ਨ ਨੰਬਰ D ਇਜ਼ ਅ ਰਾਈਟ ਆਂਸਰ। ਸੋ ਅਦਰਵਾਈਜ਼ ਤੁਹਾਨੂੰ ਫਾਰਮੂਲਾ ਯਾਦ ਆ ਤਾਂ ਬੱਚੇ ਤਾਂ ਵੀ ਅੱਛੀ ਗੱਲ ਆ, ਜੇ ਨਹੀਂ ਵੀ ਯਾਦ ਤਾਂ ਇੰਨਾ ਤਾਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ। ਫਾਇਰਡ ਪੈਰਲਲ ਟੂ ਦ ਹੌਰੀਜ਼ੋਂਟਲ ਆ, ਮਤਲਬ ਥੀਟਾ ਵਾਲਾ ਆਰਟੀਕਲ ਆ। ਥੀਟਾ ਵਾਲਾ ਆਰਟੀਕਲ ਆ ਤੇ ਆਹ ਥੀਟਾ ਵਾਲਾ ਨਹੀਂ ਆ, ਇਹ ਹੈਗਾ ਜਦੋਂ ਉੱਪਰੋਂ ਚੀਜ਼ ਸੁੱਟੀ ਦੀ ਆ, ਉਹਦਾ ਟਾਈਮ ਆਫ ਫਲਾਈਟ ਆ। ਸੋ D ਆਪਸ਼ਨ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਇਫ ਦ ਟਾਈਮ ਆਫ ਫਲਾਈਟ ਆਫ ਅ ਪ੍ਰੋਜੈਕਟਾਈਲ ਇਜ਼ ਡਬਲ। ਅਗਰ ਅਸੀਂ ਟਾਈਮ ਆਫ ਫਲਾਈਟ ਨੂੰ ਡਬਲ ਕਰ ਦਈਏ ਤਾਂ ਮੈਕਸਿਮਮ ਹਾਈਟ ਨੂੰ ਕੀ ਹੋਏਗਾ? ਸਭ ਤੋਂ ਪਹਿਲਾਂ ਅਸੀਂ ਫਾਰਮੂਲਾ ਲਿਖ ਲਿਆ। H ਦਾ ਫਾਰਮੂਲਾ ਕੀ ਹੁੰਦਾ ਆ? U² sin² θ/2G ਔਰ ਟਾਈਮ ਕਿੰਨਾ ਆ? 2U sin θ/G। ਅਸੀਂ ਕੀ ਕੀਤਾ? ਦੋਨਾਂ ਤਰਫ ਸਕੁਅਰ ਕਰਤਾ। ਇੱਧਰ ਆ ਗਿਆ T², 2 ਦਾ ਸਕੁਅਰ ਕੀਤਾ ਬਣ ਗਿਆ 4,
ਨੈਕਸਟ ਯੂ ਸਕੇਅਰ ਸਾइन ਸਕੇਅਰ ਥੀਟਾ ਡਿਵਾਈਡਡ ਬਾਈ ਜੀ ਸਕੇਅਰ। ਹੁਣ ਬੱਚੇ ਐਕਚੁਅਲੀ ਸਾਨੂੰ ਆਹ ਵਾਲੀ ਪੂਰੀ ਟਰਮ ਨੂੰ ਕਨਵਰਟ ਕਰਨਾ ਐਚ ਦੇ ਵਿੱਚ। ਸੋ ਅਸੀਂ ਕੀ ਕੀਤਾ, 2 ਦੇ ਨਾਲ ਮਲਟੀਪਲਾਈ ਔਰ 2 ਦੇ ਨਾਲ ਡਿਵਾਈਡ ਕਰ ਦਿੱਤਾ। ਇਹਦਾ ਮਤਲਬ ਯੂ ਸਕੇਅਰ ਸਾइन ਸਕੇਅਰ ਥੀਟਾ ਤਾਂ ਪਹਿਲਾਂ ਹੀ ਬਣ ਰਿਹਾ ਸੀ, ਸਾਨੂੰ ਨੀਚੇ 2 ਨਹੀਂ ਸੀ ਆ ਰਿਹਾ ਸਾਡਾ, ਅਸੀਂ 2 ਨਾਲ ਮਲਟੀਪਲਾਈ ਔਰ ਡਿਵਾਈਡ ਕਰਤਾ, ਨੀਚੇ ਜੀ ਚਾਹੀਦਾ, ਇੱਥੇ ਕਿੰਨਾ ਜੀ ਸਕੇਅਰ। ਸੋ ਅਸੀਂ ਕੀ ਕਰ ਰਹੇ ਹਾਂ, ਯੂ ਸਕੇਅਰ ਸਾइन ਸਕੇਅਰ ਥੀਟਾ ਓਵਰ 2 ਨੂੰ ਅਲੱਗ ਲਿਖ ਲਿਆ। ਆਹ ਵਾਲਾ 2 ਐਕਸਟਰਾ ਆ ਸੋ ਇੱਥੇ ਲਿਖ ਦਿੱਤਾ, ਆਹ ਵਾਲਾ 4 ਐਕਸਟਰਾ ਆ ਇੱਥੇ ਲਿਖ ਦਿੱਤਾ, ਇਹ 'ਚੋਂ ਜੀ 1 ਐਕਸਟਰਾ ਆ ਨੀਚੇ ਲਿਖ ਦਿੱਤਾ। ਆਹ ਸਾਰੀ ਟਰਮ ਕੀ ਆ ਤੁਹਾਡੀ ਐਚ, ਆ ਕੀ ਆ 2 4 ਆ 8 ਡਿਵਾਈਡਡ ਬਾਈ ਜੀ। ਕਲੀਅਰ ਹੋ ਗਿਆ, 8 ਐਚ ਡਿਵਾਈਡਡ ਬਾਈ ਜੀ ਕਿਸ ਤਰੀਕੇ ਨਾਲ ਆਇਆ, ਇੱਥੋਂ ਸਿਰਫ ਐਚ ਨਿਕਾਲ ਲਓ। ਸੋ ਆਹ ਟਰਮ ਆ ਗਈ। ਇਹਦਾ ਮਤਲਬ ਅਗਰ ਅਸੀਂ ਟਾਈਮ ਨੂੰ ਡਬਲ ਕਰ ਦਿੰਦੇ ਹਾਂ, ਟਾਈਮ ਨੂੰ ਮੰਨ ਲਓ ਅਸੀਂ ਡਬਲ ਕਰ ਦਿੱਤਾ, 2t ਸਕੁਅਰ ਕਰ ਦਿੱਤਾ ਡਿਵਾਈਡਡ ਬਾਈ 8, 2 2 ਆ 4, 4gt ਸਕੁਅਰ ਡਿਵਾਈਡਡ ਬਾਈ 8। ਸੋ ਆਹ ਤਾਂ ਸਾਰੀ ਐਚ ਹੀ ਆ, ਸੋ ਐਚ ਡੈਸ਼ ਜਿਹੜੀ ਆ 4 ਟਾਈਮਸ ਇਨਕਰੀਜ਼ ਹੋ ਜਾਏਗੀ। ਸੋ ਟੀ ਅਗਰ ਅਸੀਂ ਡਬਲ ਕਰਦੇ ਹਾਂ then h 4 times increase ਹੋ ਜਾਏਗੀ। ਸੋ ਆਪਸ਼ਨ ਨੰਬਰ ਡੀ ਜਿਹੜੀ ਆ that is the correct answer। next ਆ which of the following statement for an object in equilibrium is not true। ਕਿਹੜੀ ਇਹਨਾਂ ਦੀ ਸਟੇਟਮੈਂਟ ਜਿਹੜੀ ਆ ਟਰੂ ਨਹੀਂ ਆ, ਮਤਲਬ ਗਲਤ ਕਿਹੜੀ ਆ। ਤਾਂ object must be at rest, ਕਹਿੰਦੇ object ਜਿਹੜਾ ਆ ਰੈਸਟ 'ਤੇ ਹੋਣਾ ਚਾਹੀਦਾ। ਇਕੁਇਲਿਬਰੀਅਮ ਹੋਏਗਾ ਤਾਂ ਬੱਚੇ ਉਹ ਚੀਜ਼ ਹੋ ਸਕਦੀ ਆ ਵੀ ਉਹ ਰੈਸਟ ਦੇ ਵਿੱਚ ਹੋਵੇ, ਮਸਟ ਵੀ ਇਹਨਾਂ ਨੇ ਤਾਂ ਕਿਹਾ ਪੱਕਾ ਹੀ ਰੈਸਟ 'ਤੇ ਹੋਣੀ ਚਾਹੀਦੀ, ਸੋ ਪੱਕੀ ਨਹੀਂ ਹੋਣੀ ਚਾਹੀਦੀ। ਸੋ ਆਪਸ਼ਨ ਨੰਬਰ ਏ ਹੀ ਡਾਇਰੈਕਟ ਆਂਸਰ ਆ ਗਿਆ। ਫਰੋਮ ਅ ਫੁੱਟ ਆਫ ਅ ਟਾਵਰ 90 ਮੀਟਰ ਹਾਈਟ ਅ ਸਟੋਨ ਇਜ਼ ਥਰੋਨ up so that it just rise to the top of the tower. Find the velocity with which the stone is thrown। ਜਿੱਥੇ ਤੁਸੀਂ ਜਿਹੜਾ ਆ ਸਟੋਨ ਸੁੱਟਿਆ ਗਿਆ, ਅਸੀਂ ਉਹ ਚੀਜ਼ ਜਿਹੜੀ ਆ ਫਾਈਂਡ ਆਊਟ ਕਰਨੀ ਆ। ਸੋ ਜਿਹੜੀ ਚੀਜ਼ ਸਾਨੂੰ ਗਿਵਨ ਆ ਸਭ ਤੋਂ ਪਹਿਲਾਂ ਉਹ ਲਿਖਦੇ ਜਾਂਦੇ ਆ। ਹੁਣ ਦੇਖੋ ਨੀਚੇ ਕੋਈ ਚੀਜ਼ ਉੱਪਰ ਸੁੱਟੀ, ਇਹਦਾ ਮਤਲਬ ਉੱਪਰ ਜਾ ਕੇ ਉਹ ਜਿਹੜਾ ਆ ਆਬਜੈਕਟ ਆ ਰੁਕ ਜਾਏਗਾ, ਮਤਲਬ ਕਿ ਫਾਈਨਲ ਵੈਲੋਸਿਟੀ ਕਿੰਨੀ ਹੋਗੀ ਤੁਹਾਡੀ 0। ਇੱਥੇ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਕਿੰਨੀ ਲੱਗ ਰਹੀ ਹੈ 9.8। ਸੋ ਕਿਉਂਕਿ ਇਹ ਧਰਤੀ ਤੋਂ ਉੱਪਰ ਵਾਲੀ ਡਾਇਰੈਕਸ਼ਨ 'ਚ ਜਾ ਰਹੀ ਹੈ ਤਾਂ ਅਗੇਂਸਟ ਗ੍ਰੈਵਿਟੀ ਜਾ ਰਹੀ ਹੈ ਤਾਂ -9.8 ਆ ਗਿਆ। ਨੈਕਸਟ ਕੀ ਆ, ਉਹਨੇ ਡਿਸਟੈਂਸ ਕਿੰਨਾ ਕਵਰ ਕੀਤਾ 90 ਮੀਟਰ। ਸੋ ਐਸ ਕਿੰਨਾ ਕਵਰ ਕੀਤਾ 90 ਮੀਟਰ। ਉਹ ਕਹਿੰਦੇ ਫਾਈਂਡ ਦ ਵੈਲੋਸਿਟੀ, ਯੂ ਪਤਾ ਕਰਨੀ ਆ ਤੁਸੀਂ। ਸੋ ਬੱਚੇ ਕਿਹੜਾ ਇੱਦਾਂ ਦਾ ਫਾਰਮੂਲਾ ਜਿਸ 'ਚ ਫਾਈਨਲ ਵੈਲੋਸਿਟੀ ਡਿਸਟੈਂਸ ਵੀ ਹੋਵੇ ਅਤੇ ਗ੍ਰੈਵਿਟੀ ਵੀ ਹੋਵੇ। ਸੋ ਅਸੀਂ ਲਗਾ ਸਕਦੇ ਹਾਂ v² - u² = 2as। ਐਸ ਦੀ ਜਗ੍ਹਾ 'ਤੇ ਐਚ ਵੀ ਲਗਾ ਸਕਦੇ ਹਾਂ, ਟੋਟਲ ਡਿਸਟੈਂਸ। ਫਾਈਨਲ ਵੈਲੋਸਿਟੀ 0, ਇਨੀਸ਼ੀਅਲ ਵੈਲੋਸਿਟੀ ਅਸੀਂ ਪਤਾ ਕਰਨੀ ਆ, 2 ਦੀ ਜਗ੍ਹਾ 'ਤੇ 2, ਜੀ ਦੀ ਜਗ੍ਹਾ 'ਤੇ -9.8 ਔਰ ਡਿਸਟੈਂਸ ਕਿੰਨਾ ਕਵਰ ਕੀਤਾ 90 ਦਾ ਹੋਲ ਸਕੁਅਰ। ਆਹ ਵਾਲਾ ਮਾਈਨਸ ਆਹ ਵਾਲੇ ਮਾਈਨਸ ਨਾਲ ਕੈਂਸਲ ਆਊਟ ਹੋ ਗਿਆ। ਸੋ ਯੂ ਸਕੁਅਰ ਦਾ ਆਂਸਰ ਕਿੰਨਾ ਆ ਗਿਆ 1764 ਇੰਨਾ ਆ ਗਿਆ। ਦੂਸਰੀ ਤਰਫ ਸਕੁਅਰ ਹਟਾ ਦਿਓ, ਅੰਡਰ ਰੂਟ ਬਣ ਗਿਆ, ਇਹਨੂੰ ਸੋਲਵ ਕਰੋਗੇ ਤਾਂ ਬੱਚੇ 42 ਮੀਟਰ ਪਰ ਸੈਕਿੰਡ ਜਿਹੜਾ ਤੁਹਾਡਾ ਆਂਸਰ ਆ ਜਾਏਗਾ। ਸੋ 42 ਮਤਲਬ ਕਿ ਆਪਸ਼ਨ ਨੰਬਰ ਏ ਇਜ਼ ਅ ਰਾਈਟ ਆਂਸਰ। ਨੈਕਸਟ ਆ ਜਾਓ, ਇੱਕ ਵੀਲ ਆ 0.6 ਮੀਟਰ ਇਨ ਰੇਡੀਅਸ, ਉਹਦਾ ਰੇਡੀਅਸ 0.6 ਹੈ। ਦੈਨ ਉਹਦੀ ਵੈਲੋਸਿਟੀ 10 ਮੀਟਰ ਪਰ ਸੈਕਿੰਡ ਆ। ਵੀ ਹੈਵ ਟੂ ਫਾਈਂਡ ਐਂਗੂਲਰ ਸਪੀਡ। ਐਂਗੂਲਰ ਸਪੀਡ ਮਤਲਬ ਕਿ ਓਮੇਗਾ ਪਤਾ ਕਰਨਾ, ਦੈਟ ਇਜ਼ v/r। ਵੈਲੋਸਿਟੀ ਤੁਹਾਨੂੰ ਕਿੰਨੀ ਗਿਵਨ ਹੈ 10 ਔਰ r ਕਿੰਨਾ ਗਿਵਨ ਹੈ 0.60। ਇਹ ਸਾਰੀ ਟਰਮ ਨੂੰ ਬੱਚੇ ਸੋਲਵ ਕਰੋਗੇ ਤਾਂ ਵੀ ਗੈਟ 16.66। 16.6666 ਆ ਜਾਏਗਾ ਤਾਂ ਇਹਨੂੰ ਇੱਕ ਕੈਰੀ ਦੇ ਦਿੱਤਾ ਤਾਂ 67, ਮਤਲਬ 67 ਰੇਡੀਅਨ ਪਰ ਸੈਕਿੰਡ। ਠੀਕ ਹੈ ਜੀ। ਜਿਹੜੀ ਵੈਲੋਸਿਟੀ ਆ ਬੱਚੇ ਇਹ ਰੇਡੀਅਨ ਪਰ ਸੈਕਿੰਡ ਦੇ ਵਿੱਚ ਜਿਹੜਾ ਆ ਤੁਹਾਡਾ ਆਂਸਰ ਆਏਗਾ ਯੂਨਿਟਸ। ਰੇਡੀਅਨ ਪਰ ਸੈਕਿੰਡ ਸਕੁਅਰ ਨਹੀਂ ਆਏਗਾ, ਰੇਡੀਅਨ ਪਰ ਸੈਕਿੰਡ। ਡਨ। ਅੱਗੇ ਆ ਜਾਓ, ਦ ਮੈਗਨੀਟਿਊਡ ਆਫ ਰਿਜ਼ਲਟੈਂਟ ਆਫ 2 ਵੈਕਟਰਸ p and q is given by this। what is the angle between the p and q। ਸੋ ਬੱਚੇ r ਸਕੁਅਰ ਦਾ ਫਾਰਮੂਲਾ ਕੀ ਹੁੰਦਾ p ਸਕੁਅਰ + q ਸਕੁਅਰ + 2pq cos θ। ਹੁਣ ਕਹਿੰਦੇ r ਸਕੁਅਰ ਦੀ ਵੈਲਿਊ ਕੀ ਪੁੱਟ ਕਰਨੀ ਆ p ਸਕੁਅਰ + q ਸਕੁਅਰ = ਆ ਸਾਰੀ ਟਰਮ ਬੱਚੇ ਐਸ ਸੱਚ ਲਿਖ ਦੇਣੀ। ਹੁਣ ਆਹ ਵਾਲਾ p ਸਕੁਅਰ ਨਾਲ ਕੈਂਸਲ, q ਸਕੁਅਰ ਨਾਲ ਕੈਂਸਲ, ਇੱਧਰ ਮਤਲਬ ਇੱਧਰ ਕੀ ਬਚ ਗਿਆ 0 2pq cos θ। ਇਹਦਾ ਮਤਲਬ cos θ ਦੀ ਵੈਲਿਊ ਕਿੰਨੀ ਆ ਗਈ 0। ਹੁਣ cos θ ਦੀ ਵੈਲਿਊ 0 ਕਦੋਂ ਹੁੰਦੀ ਹੈ ਜਦੋਂ ਥੀਟਾ ਤੁਹਾਡਾ ਕਿੰਨਾ ਹੋਏਗਾ 90 ਡਿਗਰੀ। ਸੋ ਇੱਥੋਂ ਤੁਹਾਨੂੰ ਥੀਟਾ ਕਿੰਨਾ ਪਤਾ ਲੱਗ ਗਿਆ 90 ਡਿਗਰੀ। ਸੋ ਆਪਸ਼ਨ ਨੰਬਰ ਡੀ ਇਜ਼ ਅ ਰਾਈਟ ਆਂਸਰ। Next are ratio of gravitational force, electromagnetic force and nuclear forces is 1:10⁻36, the ratio 10⁻38।
ਅਕੋਰਡਿੰਗ ਟੂ ਦ ਪ੍ਰਿੰਸੀਪਲ ਆਫ ਹੋਮੋਜੈਨਿਟੀ ਅਸੀਂ ਕਿਉਂ ਯੂਜ਼ ਕਰਦੇ ਹਾਂ ਕਿ ਜਿਹੜੀ MLT ਆ ਉਹਨੂੰ ਅਸੀਂ MLT ਦੇ ਨਾਲ ਆਹ ਵਾਲੀ M ਦੀ ਪਾਵਰ ਆਹ ਵਾਲੀ M ਦੇ ਨਾਲ ਇਕੁਏਟ ਕਰ ਸਕੀਏ, ਆਹ ਵਾਲੀ L ਨੂੰ L ਦੇ ਨਾਲ ਇਕੁਏਟ ਕਰ ਸਕੀਏ ਤੇ T ਨੂੰ T ਦੇ ਨਾਲ। ਇਹਦਾ ਮਤਲਬ ਡਿਮੈਂਸ਼ਨ ਫਾਰਮੂਲੇ ਸੇਮ ਹੋਣੀ ਚਾਹੀਦੀ ਆ। ਇਫ ਦ ਡਿਮੈਂਸ਼ਨ ਆਫ ਆਲ ਦ ਟਰਮਸ ਆਰ ਨੋਟ ਸੇਮ ਦੈਨ ਇਕੁਏਸ਼ਨ ਇਜ਼ ਰੋਂਗ, ਤਾਂ ਇਕੁਏਸ਼ਨ ਜਿਹੜੀ ਆ ਤੁਹਾਡੀ ਰੋਂਗ ਚਲੀ ਜਾਏਗੀ। ਨੈਕਸਟ ਆ ਜਾਓ ਦ ਨੰਬਰ ਆਫ ਸਿਗਨੀਫਿਕੈਂਟ ਫਿਗਰਸ। ਬੱਚੇ ਜਦੋਂ ਵੀ ਸਿਗਨੀਫਿਕੈਂਟ ਫਿਗਰਸ ਪੁੱਛੇ ਜਾਣ ਤਾਂ 10⁻⁴ ਜੋ ਵੀ ਹੋਵੇ ਉਹਨੂੰ ਨਿਗਲੈਕਟ ਕਰ ਦਿਓ, ਤਾਂ ਸਿਰਫ ਆਹ ਵਾਲੀ ਚੀਜ਼ ਦੇਖੋ। ਸੋ ਆ ਕਿੰਨੇ ਆ 3 ਸਿਗਨੀਫਿਕੈਂਟ ਫਿਗਰਸ। ਨੈਕਸਟ ਆ ਦ ਡਿਮੈਂਸ਼ਨ ਫਾਰਮੂਲਾ ਆਫ ਇੰਪਲਸ ਇਜ਼ ਸੇਮ। ਇੰਪਲਸ ਦਾ ਫਾਰਮੂਲਾ ਕੀ ਹੁੰਦਾ MLT-1। ਇਹਨਾਂ ਦੇ ਵਿੱਚੋਂ ਦੇਖੋ ਬੱਚੇ ਡਿਮੈਂਸ਼ਨ ਫਾਰਮੂਲਾ, ਪਹਿਲੀ ਗੱਲ ਮੋਮੈਂਟਮ ਦਾ ਹੁੰਦਾ ਆ MLT-1, ਫੋਰਸ ਦਾ MLT-2, ਟਾਰਕ ਦਾ ਫੋਰਸ ਇਨਟੂ ਡਿਸਪਲੇਸਮੈਂਟ, ਮਤਲਬ ਡਿਸਪਲੇਸਮੈਂਟ ਕੱਟੀ ਜਾਏਗੀ ਇਹਦੇ ਵਿੱਚੋਂ। ਸੋ ਪਹਿਲਾਂ ਹੀ ਪਤਾ ਲੱਗ ਰਿਹਾ MLT-1 ਨਾਲ ਇੱਕ ਹੀ ਆਪਸ਼ਨ ਹੈ, ਸੋ ਆਪਸ਼ਨ ਨੰਬਰ A ਇਜ਼ ਅ ਰਾਈਟ ਆਂਸਰ। ਨੈਕਸਟ ਆ ਦ SI ਸਿਸਟਮ ਦ ਫੰਡਾਮੈਂਟਲ ਯੂਨਿਟਸ ਆਰ। ਫੰਡਾਮੈਂਟਲ ਯੂਨਿਟਸ ਕਿਹੜੇ ਆ? ਲੈਂਥ ਨੂੰ ਕਾਹਦੇ ਵਿੱਚ ਮੈਜਰ ਕੀਤਾ ਜਾਂਦਾ? ਮੀਟਰ, ਸੋ ਸਾਰੇ ਮੀਟਰ ਹੈ, ਠੀਕ ਹੈ। ਭਾਰ ਨੂੰ ਕਾਹਦੇ ਵਿੱਚ ਮੈਜਰ ਕੀਤਾ? ਕਿਲੋਗ੍ਰਾਮ, ਸੋ ਨਿਊਟਨ ਤਾਂ ਹੁੰਦਾ ਹੀ ਨਹੀਂ, ਇਹਦਾ ਮਤਲਬ B ਆਪਸ਼ਨ ਤਾਂ ਹੈ ਹੀ ਨਹੀਂ। ਨੈਕਸਟ ਟਾਈਮ ਸੈਕਿੰਡ ਆ। ਨੈਕਸਟ ਕੂਲਮ, ਬੱਚੇ ਕੂਲਮ ਨਹੀਂ ਆਉਂਦਾ ਇਹਦੇ ਵਿੱਚ, ਸੋ ਕੂਲਮ ਇੱਥੋਂ ਕੱਟਿਆ ਗਿਆ। ਓਮ ਵੀ ਨਹੀਂ ਆਉਂਦਾ, ਓਮ ਵੀ ਕੱਟਿਆ ਗਿਆ। ਨੈਕਸਟ ਆ ਅੰਪੇਅਰ, ਅੰਪੇਅਰ ਆ ਰਿਹਾ, ਇਹਦਾ ਮਤਲਬ ਸਿਰਫ C ਆਪਸ਼ਨ ਬਚ ਗਈ, ਤਾਂ C ਆਪਸ਼ਨ ਇਜ਼ ਦਾ ਰਾਈਟ ਆਂਸਰ। ਨੈਕਸਟ ਆ ਜਾਓ ਇਫ H ਇਜ਼ ਦ ਹਾਈਟ ਐਂਡ G ਇਜ਼ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੈਨ ਡਿਮੈਂਸ਼ਨ ਫਾਰਮੂਲਾ ਆਫ √H/G ਅਸੀਂ ਪਤਾ ਕਰਨਾ। ਸੋ ਅੰਡਰ ਬੱਚੇ 2 ਕੀ ਆ? ਕੌਨਸਟੈਂਟ ਟਰਮ, ਸੋ ਇਹਨੂੰ ਅਸੀਂ ਡਿਮੈਂਸ਼ਨ ਫਾਰਮੂਲੇ 'ਚ ਨਹੀਂ ਲਿਖਾਂਗੇ। H ਕੀ ਆ ਤੁਹਾਡੀ? ਲੈਂਥ, ਸੋ ਲੈਂਥ ਨੂੰ L ਦੇ ਨਾਲ, ਹਾਈਟ ਨੂੰ L ਦੇ ਨਾਲ ਲਿਖ ਦਿੱਤਾ। G ਕੀ? ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਦੈਟ ਇਜ਼ LT-2, L ਦੇ ਨਾਲ L ਕੈਂਸਲ, ਸੋ T² ਉੱਪਰ ਗਿਆ ਤਾਂ T ਦੀ ਪਾਵਰ ਪੋਜ਼ੀਟਿਵ ਹੋਊਗੀ, ਸਕੇਅਰ ਦੇ ਨਾਲ ਅੰਡਰ ਕੱਟਿਆ ਗਿਆ, ਸੋ ਕੱਲਾ T ਬਚ ਗਿਆ। T ਇਜ਼ ਅ ਡਿਮੈਂਸ਼ਨ ਫਾਰਮੂਲਾ ਆਫ ਟਾਈਮ, ਸੋ ਆਪਸ਼ਨ ਨੰਬਰ A ਇਜ਼ ਅ ਰਾਈਟ ਆਂਸਰ। ਨੈਕਸਟ ਆ ਜਾਓ ਦ ਐਂਗਲ ਬਿਟਵੀਨ ਦ ਲਿਮਿਟਿੰਗ ਫ੍ਰਿਕਸ਼ਨ ਐਂਡ ਅ ਨੋਰਮਲ ਰਿਐਕਸ਼ਨ। ਹੁਣ ਦੇਖੋ ਬੱਚੇ ਲਿਮਿਟਿੰਗ ਫ੍ਰਿਕਸ਼ਨ ਤੁਹਾਡੀ ਕਿੱਧਰ ਨੂੰ ਹੁੰਦੀ ਆ? ਆ ਤੁਹਾਡੀ F ਆ, ਠੀਕ ਹੈ, ਆ ਤੁਹਾਡਾ R ਆ, ਸੋ ਦੋਨਾਂ ਦੇ ਵਿਚਕਾਰਲਾ ਐਂਗਲ ਕਿੰਨਾ ਬਣ ਰਿਹਾ? 90 ਡਿਗਰੀ, ਸੋ ਐਂਗਲ ਇਜ਼ 90 ਡਿਗਰੀ। ਨੈਕਸਟ ਆ ਜਾਓ ਦ ਸੈਂਟਰੀਪੀਟਲ ਫੋਰਸ ਫॉर ਅ ਕਾਰ ਮੂਵਿੰਗ ਔਨ ਅ ਲੈਵਲ ਰੋਡ ਇਜ਼ ਗਿਵਨ ਬਾਈ। ਹੁਣ ਲੈਵਲ ਰੋਡ ਤੇ ਜਿਹੜੀ ਸੈਂਟਰੀਪੀਟਲ ਫੋਰਸ ਲੱਗ ਰਹੀ ਆ, ਉਹ ਐਕਚੁਅਲ ਦੇ ਵਿੱਚ ਕਿਉਂ ਲੱਗ ਰਹੀ ਆ? ਕਿ ਫ੍ਰਿਕਸ਼ਨਲ ਫੋਰਸ ਜਿਹੜੀ ਟਾਇਰ ਔਰ ਰੋਡ ਦੇ ਵਿਚਕਾਰ ਲੱਗ ਰਹੀ ਆ, ਉਹਦੇ ਕਰਕੇ ਜਿਹੜਾ ਆ ਉਹ ਲੈਵਲ ਹੋ ਜਾਂਦਾ ਜਾਂ ਸੈਂਟਰੀਪੀਟਲ ਫੋਰਸ ਜਿਹੜੀ ਆ ਲੱਗਦੀ ਆ, ਸੋ ਆਪਸ਼ਨ ਨੰਬਰ A ਇਜ਼ ਅ ਰਾਈਟ ਆਂਸਰ। ਵੈਨ ਅ ਕਾਰ ਮੂਵ ਇਨ ਅ ਫਿਕਸਡ ਡਾਇਰੈਕਸ਼ਨ ਐਕਸਲਰੇਟ, ਮੰਨ ਲਓ ਤੁਹਾਡੀ ਕੋਈ ਕਾਰ ਇੱਕ ਪਰਟੀਕੂਲਰ ਡਾਇਰੈਕਸ਼ਨ ਦੇ ਵਿੱਚ ਚੱਲ ਰਹੀ ਆ, ਤਾਂ ਕੀ ਹੋਏਗਾ? ਨੰਬਰ 1 ਦ ਫ੍ਰਿਕਸ਼ਨਲ ਫੋਰਸ ਐਕਟ ਇਨ ਦ ਡਾਇਰੈਕਸ਼ਨ ਆਪੋਜ਼ਿਟ ਟੂ ਦ ਡਾਇਰੈਕਸ਼ਨ ਆਫ ਮੋਸ਼ਨ। ਜੇ ਤੁਹਾਡੀ ਕਾਰ ਇੱਧਰ ਨੂੰ ਚੱਲ ਰਹੀ ਆ, ਫੋਰਸ ਇੱਧਰ ਨੂੰ ਲੱਗ ਰਿਹਾ, ਤਾਂ ਫ੍ਰਿਕਸ਼ਨ ਇੱਧਰ ਨੂੰ ਲੱਗੇਗੀ, ਮਤਲਬ ਆਪੋਜ਼ਿਟ ਡਾਇਰੈਕਸ਼ਨ 'ਚ ਹੋਏਗੀ, ਤਾਂ ਪਹਿਲੀ ਆਪਸ਼ਨ ਕਰੈਕਟ ਆ। ਨੈਕਸਟ ਆ ਫੋਰਸ ਆਫ ਫ੍ਰਿਕਸ਼ਨ ਐਕਟ ਔਨ ਦ ਸੇਮ ਡਾਇਰੈਕਸ਼ਨ, ਸੇਮ 'ਚ ਤਾਂ ਹੋ ਹੀ ਨਹੀਂ ਸਕਦੀ, ਜਿੱਧਰ ਨੂੰ ਮੋਸ਼ਨ ਲੱਗਦੀ ਉਹ ਤੋਂ ਆਪੋਜ਼ਿਟ ਡਾਇਰੈਕਸ਼ਨ 'ਚ ਫ੍ਰਿਕਸ਼ਨ ਲੱਗਦੀ ਆ। ਨੈਕਸਟ ਆ ਜਾਓ ਵਿਚ ਆਫ ਦ ਫੋਲੋਇੰਗ ਫੋਰਸ ਇਜ਼ ਅ ਨੋਟ ਅ ਕੰਟੈਕਟ ਫੋਰਸ। ਕੰਟੈਕਟ ਮਤਲਬ ਜਿਹੜੀ ਆਪਸ ਵਿੱਚ ਕੰਟੈਕਟ ਨਾ ਕਰਦੀ ਹੋਵੇ, ਟੱਚ ਨਾ ਕਰਦੀ ਹੋਵੇ, ਪਰ ਫਿਰ ਵੀ ਫੋਰਸ ਤਾਂ ਫੋਰਸ ਆ। ਟੈਂਸ਼ਨ ਇਨ ਦ ਸਟਰਿੰਗ, ਸਟਰਿੰਗ ਦੇ ਵਿੱਚ ਟੈਂਸ਼ਨ ਉਦੋਂ ਹੀ ਹੋਊਗੀ ਜਦੋਂ ਅਸੀਂ ਸਟਰਿੰਗ ਨੂੰ ਕਿਸੇ ਚੀਜ਼ ਨਾਲ ਟੱਚ ਕਰਾਂਗੇ, ਲਟਕਾਵਾਂਗੇ। ਫੋਰਸ ਇਨ ਅ ਸਟਰਿੰਗ ਵੀ ਉਦੋਂ ਹੀ ਹੋਏਗੀ। ਫ੍ਰਿਕਸ਼ਨਲ ਫੋਰਸ ਵੀ ਬੱਚੇ ਸਾਨੂੰ ਕਿਸੇ ਚੀਜ਼ ਦੇ ਨਾਲ, ਅਗਰ ਅਸੀਂ ਧਰਤੀ 'ਤੇ ਚੱਲਣਾ ਤਾਂ ਸਾਨੂੰ ਪੈਰ ਟੱਚ ਕਰਨਾ ਪੈਣਾ ਧਰਤੀ ਨਾਲ। ਗ੍ਰੈਵੀਟੇਸ਼ਨ ਫੋਰਸ ਵਿੱਚ ਕੋਈ ਰੋਲ ਨਹੀਂ ਆ ਟੱਚ ਕਰਨ ਦਾ, ਤੁਸੀਂ ਚਾਹੇ ਛਾਲ ਮਾਰ ਦਿਓ ਕੋਠੇ ਤੋਂ ਤਾਂ ਕੋਠੇ ਤੋਂ ਆ ਕੇ ਨੀਚੇ ਗਿਰੂਗੇ, ਤਾਂ ਮਤਲਬ ਕੰਟੈਕਟ ਕਰਨ ਦੀ ਜ਼ਰੂਰਤ ਨਹੀਂ ਪਈ, ਫੋਰਸ ਹੀ ਇੰਨੀ ਜ਼ਿਆਦਾ ਸੀਗੀ ਕਿ ਆਪਣੇ ਆਪ ਬਾਡੀ ਨੀਚੇ ਵੱਲ ਗਿਰ ਜਾਏਗੀ। ਨੈਕਸਟ ਆ ਜਾਓ ਤਾਂ ਬੈਂਕਿੰਗ ਆਫ ਰੋਡ ਐਂਡ ਰੇਲ ਇਜ਼ ਡਨ ਟੂ, ਕਿਉਂ ਲਗਾਈ ਜਾਂਦੀ ਆ? ਟੂ ਪ੍ਰੋਵਾਈਡ ਸੈਂਟਰੀਪੀਟਲ ਐਕਸਲਰੇਸ਼ਨ ਐਂਡ ਮੇਕਸ ਹਾਈ ਸਪੀਡ roads and rails। 22nd question देखो, when force F1, F2, F3 are acting on a particle of mass m such that F2, F3 are a mutually perpendicular, मान लो एक दूसरे ਦੇ mutual perpendicular ਆ। when the particle remains stationary, मान लो ਤੁਸੀਂ ਇੱਕ particle ਜਿਹੜਾ ਆ stationary ਕਰ ਦਿੱਤਾ। if the force F1 is now removed, ਹੁਣ ਤੁਸੀਂ ਜਿਹੜਾ force ਆ ਉਹ remove ਕਰ ਦਿੱਤਾ, then magnitude of acceleration of the particle ਕਿੱਦਾਂ ਦਾ ਹੋਏਗਾ? ਸੋ ਆਨਸਰ ਇਜ਼ ਦ ਪਾਰਟੀਕਲ ਰਿਮੇਨਸ ਸਟੇਸ਼ਨਰੀ, ਪਾਰਟੀਕਲ ਜਿਹੜਾ ਆ ਸਟੇਸ਼ਨਰੀ ਹੀ ਰਹੇਗਾ ਅੰਡਰ ਦ ਐਕਟਿੰਗ ਆਫ ਦ 3 ਫੋਰਸਿਸ F1, F2, F3। ਇਟ ਮੀਨਸ ਰਿਜ਼ਲਟੈਂਟ ਫੋਰਸ ਇਜ਼ 0, ਤਾਂ ਤੁਹਾਡੀ ਰਿਜ਼ਲਟੈਂਟ ਫੋਰਸ 0 ਹੋ ਜਾਏਗੀ, F1 + F2 + F3 ਇਕੁਅਲਸ ਟੂ 0। ਸਿੰਸ ਇਨ ਅ ਸੈਕੰਡ ਕੇਸ, ਦੂਸਰੇ ਕੇਸ ਦੇ ਵਿੱਚ ਅਸੀਂ F1 ਰਿਮੂਵ ਕਰ ਦਿੱਤੀ। ਜੇ ਅਸੀਂ F1 ਰਿਮੂਵ ਕਰ ਦਿੱਤੀ, ਦ ਫੋਰਸ ਐਕਟਿੰਗ ਆਰ F1, F2, the resultant of there has magnitude as F1, so acceleration of the particle कितनी हो जाएगी? F1 divided by m in the direction opposite to that of
F1। सो F1 की डायरैक्शन च जिहड़ी उहदी एक्सलरेशन आ वो इन्नी हो जाएगी बच्चे। अदरवाइज थोड़ी फोर्स किहदे इक्वल हुंदी आ, फोर्स किहदे इक्वल हुंदी मास इंटू एक्सलरेशन। सो एक्सलरेशन किहदे इक्वल आ जाऊगी, फोर्स ओवर मास दी। सो F ओवर M दे इक्वल आ जाएगी। नेक्स्ट इज क्वेश्चन नंबर 23rd। अकॉर्डिंग टू द वर्क एनर्जी थ्योरम वर्क डन बाय द नैट फोर्स, वर्क डन बाय द नैट फोर्स कहते कि इक्वल आ जाएगी। सो तुसी वर्क डन का बच्चे फॉर्मूला किया होना हाफ एम यू का स्केयर मतलब माइनस हाफ एम वी का स्केयर, मतलब काइनेटिक एनर्जी फाइनल माइनस काइनेटिक एनर्जी इनीशियल। सो रेट ऑफ चेंज ऑफ जोड़े आ काइनेटिक एनर्जी के इक्वल हो जाता। सो असी लिख दिता इज इक्वल टू द चेंज इन इट्स काइनेटिक एनर्जी। नैक्सट आ टाइम रेट ऑफ चेंज ऑफ काइनेटिक एनर्जी इज इक्वल टू, हुण टाइम रेट ऑफ चेंज ऑफ काइनेटिक एनर्जी किहदे इक्वल हुंदी आ, वर्क दे इक्वल। नैक्सट आ 1 इलैक्ट्रॉन वोल्ट किहदे इक्वल हुंदा, 1.6 इंटू 10 दी पावर माइनस 19 जूल। सो ये न्यूमैरिकल वैल्यू आ, तुहानूं एज सच लर्न होनी चाहिए। नैक्सट क्वेश्चन बच्चे लास्ट अक्टूबर पेपर विच भी आ चुका है, इस तो पहलां जिहड़ी आ असी एक्यूरेट दी बुक कर रहे सी उहदे विच भी बच्चे ये क्वेश्चन आ चुका है। अ मैन पुशिज अ वॉल एंड फेल्स टू डिसप्लेस इट। एक बंदे ने एक वॉल नूं धक्का मारिया तो जिहड़ा डिसप्लेस कुछ नहीं होया, तो वर्क डन बाय हिम उहदे द्वारा कितना काम किया गया, क्योंकि कोई डिसप्लेसमेंट ही नहीं हुई। अगर डिसप्लेसमेंट नहीं हुई तो जीरो हो जाएगा। सो वर्क डन इज इक्वल टू फोर्स इंटू डिसप्लेसमेंट होंदा, डिसप्लेसमेंट ही जीरो आ तो वर्क डन भी कितना हो जाएगा, जीरो। 4 पार्टिकल गिव हैव सेम लीनियर मोमेंटम, अगर उन्हों का लीनियर मोमेंटम सेम आ तो कहते मैक्सीमम काइनेटिक एनर्जी दसो। हुण बच्चे ई का फॉर्मूला की हुंदा, पी स्केयर डिवाइडेड बाय 2m। ਇਹਦਾ मतलब E इज़ इनवर्सली प्रोपोर्शनल टू 1 ओवर M। ਜਿਹਦਾ मास घट होएगा ਉਹਦੀ एनर्जी ज़्यादा होएगी। उन्होंने क्या मैक्सीमम काइनेटिक एनर्जी किहदी होएगी। सो बच्चे प्रोटॉन पॉजिटिव आ, इलैक्ट्रॉन नैगेटिव आ, न्यूट्रॉन पॉजिटिव आ, अल्फा पार्टिकल इज़ ऑल्सो पॉजिटिव। ਇਹਦਾ मतलब इलैक्ट्रॉन इकलौता आ ਜਿਹੜਾ नैगेटिव ਦੇ ਵਿੱਚ ਆ। ਇਹਦਾ मतलब ਇਹਦਾ मास सब तो घट आ तो ਇਹਦੀ काइनेटिक ਇਹਦੀ एनर्जी सब तो ज़्यादा होएगी। सो आंसर ਇਹਦਾ ਆ जाएगा इलैक्ट्रॉन। नैक्सट आ अ मैन ऑफ 60 kg मतलब मास सानू गिवन आ, फ्लाइट कर रहा 30 स्टैप्स इन 40 सैकेंड्स दे विच। इफ ईच स्टैप इज़ 20 सेंटीमीटर हाइट, अगर उसकी हाइट जी 20 सेंटीमीटर आ, हाई इन्नी हाई आ। कैलकुलेट द पावर ऑफ द मैन, असी पावर पता करनी है कि किन्नी होएगी। सो असी गिवन लिख दिता मास ऑफ मैन इज 60 kg, टोटल स्टैप किन्ने लगे 30, तो टोटल हाइट रिसीवड मतलब कि 30 ने स्टैप लेते तो 20 बच्चे हाइट सी हाई सी टोटल। सो साडे को आ गया 600 सेंटीमीटर। सो असी के जी के हिसाब नाल उहनूं मीटर च कन्वर्ट कर लिया तो मीटर च आ गया। टोटल टाइम लग्या 40 सैकेंड्स। हुण उन्होंने कहा W इज P इज इक्वल्स टू W/T दैट इज़ mgh। हुण बच्चे जो मैं किया वो तुसीं भी कर सकते हैं। ध्यान नाल देखो, पहला मैं की कीता जिहड़ी G की वैल्यू आ वो उन्होंने सानू गिवन नहीं सीगा कि 10 पुट करना कि 9.8। 10 दे नाल कैलकुलेशन ईजी हुंदी है, इस करके मैं डायरैक्ट 10 पुट कर दिता तो मेरा आंसर आया 90 वाट। ठीक है, मतलब कि पावर इन्नी आई। हुण ध्यान ऑप्शन चैक करो, साडी 90 वाट है नहीं सी। मान लो तुसी पेपर च भी आ चीज़ करके आने तो घबराना नहीं है। 90 के नियरली इक्वस्ट आंसर देख लेना की आ। हुण एक आंसर आ बच्चे 82.2, एक आ 92, तो दोनों चों नियरली इक्वस्ट कौन आ। 90 और 92 विच बच्चे 2 का गैप आ। 82.2 और 88.2 और 90 के विचकार 1.8 का फर्क आ। ਇਹਦਾ मतलब 1.8 ਜਿਹੜਾ ਆ ज़्यादा क्लोज हो सकता। सो आ वाला आंसर इज़ अ राइट आंसर। क्लीयर हो गया। अगर तुसी 9.8 डायरैक्ट पुट करके सॉल्व करते हैं तो तुहाडा डायरैक्ट आंसर आ जाएगा 88.2। सो कैलकुलेशन सानू जिद्दां तुहानू पेपर विच बच्चे ईजी लगदी तुसी उद्दां कर सकदे आ। बाकी तो तुहाडा IQ लैवल आ भी किस तरीके नाल करदे आ। क्लीयर हो गया। अगर 10 ਦੇ ਨਾਲ भी करते हैं तो 90 वाट आ जाएगा। सो घबराउण की जरूरत नहीं है। जिहड़ा नियरली इक्वस्ट आ ओहदा राइट आंसर है। डन। नैक्सट आ जाओ क्वेश्चन नंबर 29 ते। 29 ਦੇ ਵਿੱਚ ਉਹਨਾਂ ਨੇ ਕਿਹਾ अ बॉडी ऑफ मास 50 ग्राम इज मूविंग 1 बाउंड अ हॉरिजॉन्टल सर्कल ऑफ रेडियस 5 सेंटीमीटर विद यूनीफॉर्म स्पीड, हाउ मच वर्क हैज़ टू बी डन। किन्ना जिहड़ा ਉਹਨੇ ਕੰਮ ਕੀਤਾ। हुण बच्चे उन्हें काम किया दसना सी। सो वर्क डन किहदे इक्वल हुंदा आ, फोर्स इनटू डिसप्लेसमेंट FS। बिकॉज बॉडी मूवस इन अ सर्कुलर पाथ, क्योंकि बॉडी एक सर्कुलर पाथ विच मूव कर रही है। अगर सर्कुलर पाथ विच मूव कर रही है तो मतलब इनीशियल एंड फाइनल पॉइंट इज़ द सेम। अगर इनीशियल एंड फाइनल पॉइंट सेम आ तो डिसप्लेसमेंट कितनी हो जाएगी, जीरो। अगर डिसप्लेसमेंट ही जीरो होगी तो वर्क डन भी कितना हो जाएगा, जीरो। सो आंसर आ गया बच्चे ਇਹਦਾ ਤੁਹਾਡਾ। ਆਪਾਂ कर रहे सी क्वेश्चन नंबर 29। सो ਇਹਦਾ आंसर आ जाएगा 0। डन। नैक्सट आ
एनालॉग ऑफ मास इन अ रोटेशनल मोशन इज, सो रोटेशनल मोशन ਦੇ ਵਿੱਚ ਕੀ ਹੋਏਗਾ, दैट इज मोशन ऑफ मोमेंट ऑफ इनर्शिया, सो आंसर आ जाएगा मोमेंट ऑफ इनर्शिया। नेक्स्ट अ सर्कुलर डिस्क हैज़ अ मास m और रेडियस r आ मोशन मोमेंट ऑफ इनर्शिया अबाउट इट्स डायामीटर, सो डायामीटर के अक्रॉस कितना होएगा। सो इतने दो एक्सिस यूज़ हो रही, एक एक्स एक्सिस और एक वाई एक्सिस। सो इनू सॉल्व करके साडा आंसर आएगा। सो असी लिखांगे वी हैव द मोमेंट ऑफ इनर्शिया ऑफ अ डिस्क इज एम आर स्क्वेयर डिवाइडेड बाय 2। जो असी परपेंडिकुलर एक्सिस अप्लाई करांगे तो आंसर आ जाएगा I1 इज इक्वल टू I2 प्लस I3, क्योंकि IX प्लस IY लिख सकते हैं। सो क्योंकि ये डायमीटर के क्रॉस आ तो सानू पता है MR स्क्वेयर डिवाइडेड बाय 2 आ। जो असी सिमेट्री लैनी है तो दोनों की हो जाएंगे, सेम हो जाएंगे, सेम हो गए। जे सेम हो गए तो असी लिख सकते हैं I2 प्लस I2, I2 प्लस I2 कितना आ जाएगा 2I2। आ वाला 2 दूसरी तरफ लै गए तो MR स्क्वेयर डिवाइडेड बाय 4 इज़ द राइट आंसर। सो बच्चे आंसर जोड़ा है थोड़ा ऑप्शन नंबर 4 इज़ द राइट आंसर। नेक्स्ट आ जाओ, वैन अ मास m इज़ rotating in a plane about a fixed point O, its angular momentum L is directed along, so ਜਿਹੜਾ angular momentum ਆ ਉਹ ਕਿੱਧਰ ਨੂੰ ਹੋਏਗਾ, ਜਿੱਧਰ ਨੂੰ perpendicular ਹੋਏਗਾ ਤੁਹਾਡਾ plane, a line perpendicular to the plane of rotation। a body A of mass m while falling vertically downward under gravity breaks into two parts, दो parts ਦੇ ਵਿੱਚ ਟੁੱਟ ਗਿਆ। a body B of mass m/3 and a body C of mass 2m/3। The center of a mass of body B and C taken towards shifting compared to the body A towards, so shift नहीं होएगा, so does not shift, so option number जड़ी A आ that is the right answer। next आ जो the angular velocity of a planet revolving in an elliptical orbit around the sun increase, मान लो elliptical orbit ਦੇ ਵਿੱਚ ਬੱਚੇ ਉਹ ਘੁੰਮ ਰਿਹਾ ਤਾਂ ਅਸੀਂ ਕੀ ਕੀਤਾ ਆ, elliptical orbit ਦੇ ਵਿੱਚ ਜਿਹੜਾ ਆ angular velocity ਜਿਹੜੀ ਆ ਉਹ increase ਕਰ ਦਿੱਤੀ। When it comes near the sun and vice versa, the process better explain on the basis of law of conservation of, वैसे तो बच्चे नू Kepler's law ज़्यादा explain कर सकता है, बट Kepler's law ਦੇ ਵਿੱਚ ਕੀ ਹੁੰਦਾ ਹੈ ਤੁਹਾਡਾ एंगुलर मोमेंटम ਹੁੰਦਾ। सो ਇਹਦਾ मतलब ਕਿਹੜਾ law ਜਿਹੜਾ ਉਹਨੂੰ ज़्यादा better explain ਕਰ ਸਕਦਾ, that is एंगुलर मोमेंटम। सो ऑप्शन नंबर C is the right answer। ਅੱਜ ਦਾ ਬੱਚੇ ਵੀਡੀਓ ਦਾ ਲਾਸਟ ਕੁਐਸਚਨ ਆ। ਵੀਡੀਓ ਨੂੰ ਕਲੋਜ਼ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ, ਆਪਣੇ ਸਾਰੇ ਫਰੈਂਡਸ ਤੱਕ शेयर कर देना। चाहे थोड़े बच्चे स्कूल के विच एग्जाम लिते जा रहे आए वाले, चाहे नहीं लिते जा रहे, बट ये बार जो सैंपल पेपर्स आ, जो रिविजन टेस्ट पेपर आ, बच्चे ज़रूर पढ़ के जाना और चंगी तरीके ना समझ के और लर्न करके जाना, ठीक है जी। सो पेपर के विच बच्चे 100% ये चीज़ां तुहाडे बहुत ज़्यादा काम आउणगे, और हो सकता बच्चे ये 60-70 तो असी टीचर्स जज कर रहे हैं भी हो सकता इन्ना क पेपर आवे, हो सकता 100% ही पेपर जिहड़ा इन्हां रिविजन पेपर्स दे विचों आ जाए, क्योंकि पेपर तो बच्चे बोर्ड वालों ही आएगा। सो काफ़ी क्वेश्चनस मैच कर रहे हैं जो अक्तूबर पेपर दे विच सी ते हुण वाले एग्जाम दे विच सी। सो ट्राई करो फाइनल पेपर दे लई ये जिहड़ा क्वेश्चन पेपर्स आ, जिहड़े रिविजन टेस्ट पेपर आ, अच्छे तरीके नाल लर्न करके जाओ। नेक्स्ट आ जाओ, अ सॉलिड सिलेंडर ऑफ मोमेंट ऑफ इनर्शिया 0.625, मोमेंट ऑफ इनर्शिया मतलब थानू आई गिवन है, रोटेटिंग अबाउट एन एक्सिस ऑफ एंगुलर स्पीड मतलब कि थानू ओमेगा गिवन है। वट इज़ द मैग्नीट्यूड ऑफ एंगुलर मोमेंटम ऑफ द सिलेंडर, एंगुलर मोमेंटम मतलब L फाइंड आउट करना, दैट इज़ आई ओमेगा। आई की वैल्यू कितनी है 0.625 मल्टीप्लाई बाय 100। सो नीचे डेसिमल्स हटा दो, 2 zeros ना 2 zeros गई, 62.5 किलोग्राम मीटर स्क्वायर पर सेकंड इज़ द राइट आंसर। सो ऑप्शन नंबर ए इज़ अ राइट आंसर। सो तुसी अज दे सारे पेपर दे विच बच्चे देख लिया, कोई भी न्यूमैरिकल बहुत ज़्यादा हाई लैवल का नहीं आ। सो अगर तुसी एक्यूरेट दी बुक भी फॉलो कर रहे हैं, अगर बहुत ज़्यादा कॉम्प्लीकेटेड क्वेश्चन उहदे विच भी है तो तुसी वो भी स्किप कर सकते हैं। सो काफ़ी पेपर बच्चे एक्यूरेट दी बुक दे विचों आया, काफ़ी पेपर जिहड़ा है दिनेश दी बुक दे विचों आया आ। सो जिन्नी भी बच्चे हुण तक मैं तुहाडी रिविजन करवा चुकी हाँ, अगर तुसी मेरा चैनल शुरू तो फॉलो कर रहे हैं तो उन्हां स्टूडेंट्स नूं आ वाला पेपर काफ़ी ईजी लग्या होना जिन्हां ने समझ के पढ़िया होएगा। सो ऑल द बेस्ट फॉर योर एग्जाम। वीडियो नू लाइक कर देना, मैक्सिमम शेयर कर देना। अगर चैनल ते फर्स्ट टाइम आए हो तो सब्सक्राइब करना बिल्कुल ना भूलना। थैंक यू सो मच।